ਕਿ ਪ੍ਰਧਾਨ ਵੀ ਲਿਫਾਫੇ ਦੇ ਵਿੱਚੋਂ ਨਿਕਲਦਾ ਔਰ ਜਥੇਦਾਰ ਵੀ। ਇਹਨਾਂ ਨੂੰ ਲਾਉਣ ਵਾਸਤੇ ਸਿਰਫ ਇੱਕ ਐਮਰਜੈਂਸੀ ਮੀਟਿੰਗ ਦੀ ਜ਼ਰੂਰਤ ਨਹੀਂ ਸੀ। ਅਕਾਲੀ ਦਲ ਪਹਿਲੇ ਵੀ ਇਹਨਾਂ ਸਵਾਲਾਂ ਦੇ ਘੇਰੇ ਵਿੱਚ ਹੈ, ਕੋਈ ਨਵੀਂ ਗੱਲ ਨਹੀਂ ਹੈ। ਕਿ ਇਹ ਫੈਸਲਾ ਵੀ ਡਿਕਟੇਟਰਸ਼ਿਪ ਦੇ ਤਹਿਤ ਹੀ ਲਿੱਤਾ ਗਿਆ ਤੁਹਾਡੇ ਹਿਸਾਬ ਨਾਲ? ਡਿਕਟੇਟਰਸ਼ਿਪ ਟਾਈਪ ਜਿਹੜੇ ਫੈਸਲੇ ਲੈਣ ਦਾ ਤਰੀਕਾ ਹੈ ਉਹਦੇ ਵਿੱਚ ਤਬਦੀਲੀ ਦੀ ਲੋੜ ਹੈ। ਕਿਤੇ ਨਾ ਕਿਤੇ ਜੇ ਤੁਸੀਂ ਆਪਣੇ ਮੈਂਬਰਾਂ ਕੋਲੋਂ ਵੀ ਰਾਏ ਨਹੀਂ ਲੈਣੀ ਹੈਗੀ ਤੇ ਬਾਅਦ ਜਾਂ ਹੋਰ ਕਿੰਨਾ ਜਥੇਬੰਦੀਆਂ ਕੋਲੋਂ ਰਾਏ ਲੈ ਰਹੇ ਹੋ, ਸਾਨੂੰ ਇਹ ਜਾਣਨ ਦਾ ਤਾਂ ਹੱਕ ਹੈ ਨਾ। ਤੁਸੀਂ ਕਿਹਾ ਕਿ ਖਿਲਵਾੜ ਮਹਿੰਗਾ ਪਵੇਗਾ, ਇਸ ਨੂੰ ਕਿਵੇਂ ਸਮਝਿਆ ਜਾਵੇ? ਕੀ ਲੱਗਦਾ ਹੈ ਕਿ ਜੋ ਇਲਜ਼ਾਮ ਜੋ ਚੀਜ਼ਾਂ ਅਕਾਲੀ ਦਲ ਦੀ ਪਰਸੈਪਸ਼ਨ ਬਣ ਰਹੀ ਸੀ ਲੋਕਾਂ ਦੇ ਵਿੱਚ ਉਹੀ ਫਿਰ ਸੇਮ ਅੱਗੇ ਵੀ ਕੰਟੀਨਿਊ ਰਹੂਗੀ? ਜਿਹੜੀ ਅਕਾਲੀ ਦਲ ਦੀ ਪਰਸੈਪਸ਼ਨ ਇੱਕ ਬਣੀ ਹੈ ਉਹਦੇ ਵਿੱਚ ਫਿਲਹਾਲ ਤਾਂ ਤਬਦੀਲੀ ਦਿਸ ਨਹੀਂ ਰਹੀ ਤੇ ਉਹਦੀ ਪਰਸੈਪਸ਼ਨ ਦੀ ਤਬਦੀਲੀ ਵਾਸਤੇ ਸਾਨੂੰ ਕਿਤੇ ਨਾ ਕਿਤੇ ਕੁਝ ਕਰਕੇ ਦਿਖਾਣਾ ਪਏਗਾ। ਅਮਲੀ ਤੌਰ ਤੇ ਜਦ ਤੱਕ ਨਹੀਂ ਕੁਝ ਦਿਸੇਗਾ ਤੇ ਕੌਣ ਇਤਬਾਰ ਕਰੇਗਾ? ਅੱਜ ਇਹ ਫੈਸਲਾ ਲਿੱਤਾ ਗਿਆ ਤਾਂ ਕੀ ਇਹ ਉਹਨਾਂ ਪਰੰਪਰਾਵਾਂ ਨੂੰ ਇਸ ਫੈਸਲੇ ਨੇ ਫੋਲੋ ਨਹੀਂ ਕੀਤਾ ਜਿਹੜੀਆਂ ਪਰੰਪਰਾਵਾਂ ਜਿਹਦਾ ਤੁਸੀਂ ਹਵਾਲਾ ਦੇ ਰਹੇ ਹੋ, ਜ਼ਿਕਰ ਕਰ ਰਹੇ ਹੋ, ਉਹ ਪਹਿਲਾਂ ਸਮੇਂ ਦੇ ਵਿੱਚ ਲਿੱਤੀਆਂ ਜਾਂਦੀਆਂ ਸੀ? ਸਮਿਆਂ ਦੇ ਵਿੱਚ ਜਥੇਦਾਰ ਦਾ ਇੱਕਦਮ ਫੈਸਲਾ ਕਰਕੇ ਇੱਕਦਮ ਅਨਾਉਂਸ ਕਰ ਦੇਣ ਦਾ ਜਿਹੜਾ ਤਰੀਕਾ ਹੈ ਉਹਦੇ ਨਾਲ ਆਮ ਸਿੱਖਾਂ ਦੇ ਵਿੱਚ ਜਿਹੜੀ ਚਰਚਾ ਚਲੀ ਆ ਰਹੀ ਹੈ ਉਹ ਬਾਰ-ਬਾਰ ਹਮੇਸ਼ਾ ਇਹੀ ਫੇਰ ਆ ਜਾਂਦੀ ਹੈ ਕਿ ਜਥੇਦਾਰ ਸਾਹਿਬ ਦੀ ਨਿਯੁਕਤੀ ਕਿਸ ਤਰ੍ਹਾਂ ਹੋਵੇ। ਮਾਹੌਲ ਉਦੋਂ ਤਿਆਰ ਕੀਤਾ ਗਿਆ ਵਿਰਸਾ ਸਿੰਘ ਵਲਟੋਹਾ ਉਹਨਾਂ ਤੋਂ ਸਟੇਟਸ ਪਵਾ ਕੇ, ਪਰ ਪਿੱਛੇ ਦੀਆਂ ਚੀਜ਼ਾਂ ਤਾਂ ਕਹਿੰਦੇ ਬਹੁਤ ਕੁਝ ਪਹਿਲਾਂ ਤੋਂ ਹੀ ਚੱਲ ਰਹੀਆਂ ਸੀ। ਰਾਜਮ ਚੱਡਾ ਦੇ ਵਿਆਹ ਤੇ ਜੇ ਜਥੇਦਾਰ ਸਾਹਿਬ ਚਲੇ ਗਏ ਸੀ ਤੇ ਉਹਦਾ ਕੋਈ ਸਪਸ਼ਟੀਕਰਨ ਲੈ ਲੈਣਾ ਸੀ। ਇਹਦੇ ਉੱਪਰ ਜਾ ਕੇ ਤੇ ਬਖੇੜਾ ਖੜਾ ਕਰਨਾ ਤੇ ਇਹ ਕਿੰਨੀ ਕੋ ਇਹਦੇ ਕੁਝ ਵੀ ਤੁਸੀਂ ਅਰਥ ਕੱਢ ਸਕਦੇ ਹੋ ਔਰ ਉਸ ਤਰ੍ਹਾਂ ਦੇ ਅਰਥ ਕੱਢੇ ਗਏ। ਅਕਾਲ ਤਖਤ ਸਾਹਿਬ ਦੀ ਜਥੇਦਾਰ ਦੀ ਹੁਣ ਜ਼ਿੰਮੇਵਾਰੀ ਗਿਆਨੀ ਰਘੁਬੀਰ ਸਿੰਘ ਉਹਨਾਂ ਨੂੰ ਸੌਂਪ ਦਿੱਤੀ ਗਈ ਹੈ। ਹਾਲਾਂਕਿ ਜਿਸ ਤਰੀਕੇ ਦੇ ਨਾਲ ਅੱਜ ਅਚਨਚੇਤ ਇਹ ਖਬਰ ਨਿਕਲ ਕੇ ਸਾਹਮਣੇ ਆਉਂਦੀ ਹੈ, ਇਸ ਨੇ ਸਿੱਖ ਗਲਿਆਰਿਆਂ ਦੇ ਵਿੱਚ ਇੱਕ ਚਰਚਾ ਛੇੜ ਦਿੱਤੀ ਹੈ ਔਰ ਖਾਸ ਤੌਰ ਦੇ ਉੱਤੇ ਵੱਖ-ਵੱਖ ਪਾਰਟੀਆਂ ਇਸ ਦੇ ਉੱਤੇ ਵੀ ਸਵਾਲ ਖੜੇ ਕਰ ਰਹੀਆਂ ਨੇ। ਖਾਸ ਤੌਰ ਦੇ ਉੱਤੇ ਐਸਜੀਪੀਸੀ ਮੈਂਬਰ ਕਿਰਨਜੋਤ ਕੌਰ ਉਹਨਾਂ ਦੀ ਜੇਕਰ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਆਪਣੇ ਫੇਸਬੁੱਕ ਅਕਾਊਂਟ ਦੇ ਉੱਤੇ ਇੱਕ ਸਟੇਟਸ ਅਪਲੋਡ ਕੀਤਾ ਗਿਆ ਹੈ, ਅਪਡੇਟ ਕੀਤਾ ਗਿਆ। ਸਟੇਟਸ ਦੇ ਵਿੱਚ ਉਹਨਾਂ ਦੇ ਵੱਲੋਂ ਜ਼ਿਕਰ ਕੀਤਾ ਗਿਆ ਕਿ ਜਦੋਂ ਪੰਥਕ ਸੰਸਥਾਵਾਂ ਪੰਥਕ ਪਰੰਪਰਾਵਾਂ ਤਿਆਗ ਦੇਣ ਤਾਂ ਰਾਖੀ ਦੀ ਉਮੀਦ ਕਿਸ ਤੋਂ ਰੱਖੀਏ। ਤਾਂ ਇਸ ਦੇ ਉੱਤੇ ਹੀ ਗੱਲਬਾਤ ਕਰਾਂਗੇ। ਸਾਡੇ ਨਾਲ ਕਿਰਨਜੋਤ ਕੌਰ ਹੋਣੀ ਐਸਜੀਪੀਸੀ ਮੈਂਬਰ ਫੋਨ ਲਾਈਨ ਦੇ ਉੱਤੇ ਜੁੜ ਚੁੱਕੇ ਨੇ। ਮੈਮ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋ ਪੰਜਾਬ ਟੀਵੀ ਤੇ। ਮੈਮ ਸਭ ਤੋਂ ਪਹਿਲਾਂ ਤੁਹਾਡੇ ਇਸ ਸਟੇਟਸ ਨੂੰ ਸਮਝਣਾ ਚਾਹਾਂਗੇ, ਇਸ ਦਾ ਕੰਟੈਕਸਟ ਕੀ ਹੈ, ਕਿਵੇਂ ਇਸ ਨੂੰ ਡੀਕੋਡ ਕਰੀਏ, ਅੱਜ ਦੇ ਹਾਲਾਤਾਂ ਦੇ ਵਿੱਚ ਅੱਜ ਦੇ ਮੌਜੂਦਾ ਜੋ ਇੱਕ ਕੜੀ ਬਣੀ ਹੈ ਉਸ ਨੂੰ ਉਸ ਦੇ ਨਾਲ ਕਿਵੇਂ ਜੋੜ ਕੇ ਵੇਖਿਆ ਜਾਵੇ? ਪੰਥਕ ਮਰਿਆਦਾ ਜਿਹੜੀ ਹੈ ਉਹ ਇੱਕ ਪੁਸ਼ਤ ਤੋਂ ਅਗਲੀ ਪੁਸ਼ਤ ਤੱਕ ਚੱਲਦੀ ਹੈ, ਪਰ ਅਸੀਂ ਦੇਖ ਰਹੇ ਹਾਂ ਪਿਛਲੇ ਤਕਰੀਬਨ 25-30 ਸਾਲ ਤੋਂ ਜਿਹੜੀ ਪੰਥਕ ਮਰਿਆਦਾ ਹੈ ਉਹ ਹੌਲੀ-ਹੌਲੀ ਬੈਕ ਤੇ ਜਾ ਰਹੀ ਹੈ ਤੇ ਨਵੀਆਂ ਪਰੰਪਰਾਵਾਂ ਪੈ ਰਹੀਆਂ ਜੀ। ਚਲੋ ਦੇ ਨਾਲ ਤਬਦੀਲੀ ਆਂਦੀ ਰਹਿੰਦੀ ਹੈ, ਉਹ ਕੋਈ ਇੰਨੀ ਵੱਡੀ ਗੱਲ ਨਹੀਂ ਹੈ, ਪਰ ਜਿੱਥੇ ਮਸਲਾ ਅਕਾਲ ਤਖਤ ਸਾਹਿਬ ਦਾ ਹੋਵੇ ਉੱਥੇ ਫਿਰ ਸਾਨੂੰ ਇਹ ਧਿਆਨ 'ਚ ਰੱਖਣਾ ਚਾਹੀਦਾ ਹੈ ਕਿ ਇਹ ਸੰਸਥਾ ਦਾ ਇਤਿਹਾਸ, ਇਹਦਾ ਸਿਧਾਂਤ ਕੀ ਹੈ, ਕਿਸ ਤਰ੍ਹਾਂ ਇੱਥੇ ਸਭ ਕੁਝ ਹੁੰਦਾ ਰਿਹਾ ਤੇ ਉਹ ਜਿਹੜੀਆਂ ਪਰੰਪਰਾਵਾਂ ਹਨ ਜਿਨ੍ਹਾਂ ਦੇ ਵਿੱਚ ਅਕਾਲ ਤਖਤ ਦੀ ਸਰਵਉੱਚਤਾ, ਇੱਥੇ ਦੇ ਜਥੇਦਾਰ ਦਾ ਪੂਰਨ ਸਤਿਕਾਰ, ਬਿਲਕੁਲ ਜਦੋਂ ਅਕਾਲ ਤਖਤ ਸਾਹਿਬ ਤੋਂ ਕੋਈ ਵੀ ਹੁਕਮ ਹੋਇਆ ਤੇ ਹਰ ਇੱਕ ਨੇ ਸਿਰ ਨਿਵਾ ਕੇ ਮੰਨਿਆ। ਪਰ ਪਿਛਲੇ ਕੁਝ ਸਾਲਾਂ ਤੋਂ ਜਿਹੋ ਜਿਹੀਆਂ ਕਾਰਵਾਈਆਂ ਹੋ ਰਹੀਆਂ ਔਰ ਜਿਸ ਤਰੀਕੇ ਦੇ ਨਾਲ ਅਕਾਲ ਤਖਤ ਸਾਹਿਬ ਦੀ ਸੰਸਥਾ, ਅਕਾਲ ਤਖਤ ਸਾਹਿਬ ਦੇ ਜਥੇਦਾਰ ਵਾਦ ਵਿਵਾਦ ਦਾ ਵਿਸ਼ਾ ਬਣ ਰਹੇ, ਉਹ ਕਿਤੇ ਨਾ ਕਿਤੇ ਆਪਣੀਆਂ ਪੁਰਾਣੀਆਂ ਪਰੰਪਰਾਵਾਂ ਛੱਡਣ ਕਾਰਨ ਹੋ ਰਿਹਾ ਹੈ। ਸੋ ਮੇਰਾ ਸਿਰਫ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਅਸੀਂ ਇੱਕ ਕੌਮੀ ਫੈਸਲਾ ਕਰਨਾ ਹੁੰਦਾ ਹੈ ਤੇ ਅਸੀਂ ਉਹ ਪੁਰਾਣੀਆਂ ਜਿਹੜੀਆਂ ਰਵਾਇਤਾਂ ਉਹ ਨਾ ਛੱਡੀਏ, ਕਿਉਂਕਿ ਗੁਰੂ ਮਹਾਰਾਜ ਨੇ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਗੁਰਿਆਈ ਬਖਸ਼ੀ ਸੀ ਤੇ ਜਿਹੜਾ ਗੁਰੂ ਪੰਥ ਹੈ ਉਹ ਹਰ ਫੈਸਲਾ ਲੈਣ ਨੂੰ ਸਮਰੱਥ ਹੈ। ਤੇ ਜਿਹੜਾ ਸਾਡਾ ਇੱਕ ਪਿਛਲੇ ਕੁਝ ਸਾਲਾਂ ਤੋਂ ਇੱਕ ਫੈਸਲੇ ਲੈਣ ਦਾ ਤਰੀਕਾ ਹੈ ਉਹਦੇ ਨਾਲ ਆਮ ਸਿੱਖਾਂ ਦੇ ਵਿੱਚ ਚਰਚਾ ਵੀ ਹੁੰਦੀ ਹੈ, ਰਿਵਾਜ ਵੀ ਬਣਦਾ ਹੈ ਤੇ ਮੇਰਾ ਇਹ ਮੰਨਣਾ ਹੈ ਕਿ ਜੇ ਅਸੀਂ ਉਹਨਾਂ ਰਿਵਾਇਤਾਂ ਨੂੰ ਬਹਾਲ ਕਰੀਏ ਜਿਨ੍ਹਾਂ ਦੇ ਨਾਲ ਕੌਮ ਦੇ ਵਿੱਚ ਏਕਤਾ ਹੁੰਦੀ ਹੈ
ਜੀ। ਕਿ ਉਹ ਸਾਡੇ ਵਾਸਤੇ ਬਿਹਤਰ ਮੈਮ ਹੋਵੇਗਾ। ਜਿਹੜਾ ਅੱਜ ਇਹ ਫੈਸਲਾ ਲਿੱਤਾ ਗਿਆ ਤਾਂ ਕੀ ਇਹ ਉਹਨਾਂ ਪਰੰਪਰਾਵਾਂ ਨੂੰ ਇਸ ਫੈਸਲੇ ਨੇ ਫੋਲੋ ਨਹੀਂ ਕੀਤਾ ਜਿਹੜੀਆਂ ਪਰੰਪਰਾਵਾਂ ਜਿਹਦਾ ਤੁਸੀਂ ਹਵਾਲਾ ਦੇ ਰਹੇ ਹੋ, ਜ਼ਿਕਰ ਕਰ ਰਹੇ ਹੋ, ਉਹ ਪਹਿਲਾਂ ਸਮੇਂ ਦੇ ਵਿੱਚ ਲਿੱਤੀਆਂ ਜਾਂਦੀਆਂ ਸੀ? ਦੇਖੋ, ਪਹਿਲਾਂ ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਹੁੰਦੀ ਸੀ ਤੇ ਉਹ ਪਹਿਲੇ ਅਨਾਉਂਸ ਹੋ ਜਾਂਦਾ ਸੀ, ਬਕਾਇਦਾ ਸੱਦਾ ਦਿੱਤਾ ਜਾਂਦਾ ਸੀ ਜੀ। ਸਾਰੀਆਂ ਜਥੇਬੰਦੀਆਂ ਆ ਕੇ ਤੇ ਜਿਹੜੇ ਨਵੇਂ ਜਥੇਦਾਰ ਹੁੰਦੇ ਸੀ ਉਹਨਾਂ ਨੂੰ ਉੱਥੇ ਅਕਾਲ ਤਖਤ ਸਾਹਿਬ ਤੇ ਆ ਕੇ ਦਸਤਾਰਾਂ ਵੀ ਪੇਸ਼ ਕਰਦੇ ਸੀ। ਜੋ ਮਾਨ ਸਨਮਾਨ ਇੱਕ ਰਵਾਇਤ ਬਣੀ ਆ ਉਹ ਹੁੰਦਾ ਸੀ। ਪਰ ਪਿਛਲੇ ਸਮਿਆਂ ਦੇ ਵਿੱਚ ਜਥੇਦਾਰ ਦਾ ਇੱਕਦਮ ਫੈਸਲਾ ਕਰਕੇ ਇੱਕਦਮ ਅਨਾਉਂਸ ਕਰ ਦੇਣ ਦਾ ਜਿਹੜਾ ਤਰੀਕਾ ਹੈ, ਉਹਦੇ ਨਾਲ ਆਮ ਸਿੱਖਾਂ ਦੇ ਵਿੱਚ ਜਿਹੜੀ ਚਰਚਾ ਚਲੀ ਆ ਰਹੀ ਹੈ ਉਹ ਬਾਰ-ਬਾਰ ਹਮੇਸ਼ਾ ਇਹੀ ਫੇਰ ਆ ਜਾਂਦੀ ਹੈ ਕਿ ਜਥੇਦਾਰ ਸਾਹਿਬ ਦੀ ਨਿਯੁਕਤੀ ਕਿਸ ਤਰ੍ਹਾਂ ਹੋਵੇ, ਸੇਵਾ ਕਾਰਜ ਦਾ ਖੇਤਰ ਕੀ ਹੋਵੇ। ਮਤਲਬ ਕੁਝ ਸਵਾਲ ਜੁੜੇ ਹੋਏ ਜਿਨ੍ਹਾਂ ਦੇ ਅਸੀਂ ਹਾਲੇ ਤੱਕ ਬੈਠ ਕੇ ਜਿਨ੍ਹਾਂ ਦੇ ਵਿਚਾਰ ਨਹੀਂ ਕੀਤਾ। ਤਾਂ ਬਦਲਦੇ ਸਮੇਂ ਵਿੱਚ, ਬਦਲਦੇ ਹਾਲਾਤਾਂ ਦੇ ਵਿੱਚ ਜਿਹੜੀਆਂ ਵੀ ਤਬਦੀਲੀਆਂ ਲੋੜਵੰਦ ਹੋਣ, ਜ਼ਰੂਰੀ ਹੋਣ, ਉਹ ਤਬਦੀਲੀ ਕਰਨ ਵਿੱਚ ਕੋਈ ਹਰਜ ਨਹੀਂ, ਬਸ਼ਰਤੇ ਕਿ ਇਹ ਫੈਸਲੇ ਜਿਹੜੇ ਹਨ ਇਹ ਸਿੱਖ ਪੰਥ ਕਰੇ, ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਬਹਿ ਕੇ ਜੋ ਮਰਿਆਦਾ ਹੈ। ਇਹ ਚੀਜ਼ ਸਮਝਣਾ ਚਾਹਾਂਗੇ ਕਿ ਪਹਿਲਾਂ ਜਿਹੜੇ ਫੈਸਲੇ ਲਿੱਤੇ ਜਾਂਦੇ ਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਲਗਾਉਣ ਦੇ, ਤਾਂ ਉਹ ਐਸਜੀਪੀਸੀ ਦੇ ਐਗਜ਼ੈਕਟਿਵ ਮੈਂਬਰਸ ਹੀ ਲੈਂਦੇ ਸੀ, ਉਹਨਾਂ ਦੇ ਵੱਲੋਂ ਹੀ ਫੈਸਲੇ ਇਹ ਲਿੱਤਾ ਜਾਂਦਾ ਸੀ ਜਾਂ ਕੋਈ ਇਸ ਦੀ ਚੋਣ ਕੋਈ ਹੋਰ ਕਰਦਾ ਸੀ? ਔਰ ਜੇ ਅੱਜ ਦੇ ਮੌਜੂਦਾ ਹਾਲਾਤਾਂ ਦੀ ਅਸੀਂ ਗੱਲ ਕਰ ਰਹੇ ਹਾਂ ਤਾਂ ਕੀ ਇਸ ਤੋਂ ਇਹ ਸਮਝਿਆ ਜਾਵੇ ਕਿ ਹੁਣ ਜਿਵੇਂ ਇਹ ਚਰਚਾ ਹੁੰਦੀ ਹੈ ਕਿ ਪ੍ਰਧਾਨ ਵੀ ਲਿਫਾਫੇ ਦੇ ਵਿੱਚੋਂ ਨਿਕਲਦਾ ਔਰ ਜਥੇਦਾਰ ਵੀ, ਤਾਂ ਕੀ ਇਹ ਚੀਜ਼ ਉਹ ਸਾਬਤ ਹੋ ਰਹੀ ਹੈ ਹੁਣ? ਨਹੀਂ, ਇਹ ਇੰਨਾ ਸੌਖਾ ਨਹੀਂ ਹੈ ਇਸ ਗੱਲ ਨੂੰ ਸਮਝਾਉਣਾ। ਜਦੋਂ ਪੁਰਾਣੀ ਜਿਹੜੀ ਰਵਾਇਤ ਸੀ ਉਹਦੇ ਵਿੱਚ ਜਦੋਂ ਜਥੇਦਾਰ ਲਾਣਾ ਹੁੰਦਾ ਸੀ ਤੇ ਸਾਰਿਆਂ ਨੂੰ ਪਹਿਲੇ ਪੱਤਰ ਲਿਖਿਆ ਜਾਂਦਾ ਸੀ, ਜਿਹੜੀਆਂ ਪੰਥਕ ਜਥੇਬੰਦੀਆਂ ਨੂੰ ਉਹਨਾਂ ਨੂੰ ਪੱਤਰ ਲਿਖਿਆ ਜਾਂਦਾ ਸੀ, ਪੁੱਛਿਆ ਜਾਂਦਾ ਸੀ, ਉਹਨਾਂ ਦੀ ਰਾਏ ਲਈ ਜਾਂਦੀ ਸੀ, ਉਸ ਤੋਂ ਬਾਅਦ ਸਹਿਮਤੀ ਬਣਦੀ ਸੀ। ਤਾਂ ਜਿਹੜੇ ਅੱਜ ਮੌਜੂਦਾ ਹੁਣ ਜਥੇਦਾਰ ਨੇ ਜਿਹੜੇ ਥਾਪੇ ਗਏ ਨੇ, ਲਗਾਏ ਗਏ ਨੇ, ਤਾਂ ਇਹਨਾਂ ਨੂੰ ਲਗਾਉਣ ਤੋਂ ਪਹਿਲਾਂ ਕੋਈ ਚਿੱਠੀ ਪੱਤਰ, ਕੋਈ ਸਹਿਮਤੀ, ਕੋਈ ਰਾਏ ਨਹੀਂ ਲਿੱਤੀ ਗਈ? ਇਹਨਾਂ ਨੂੰ ਲਾਉਣ ਵਾਸਤੇ ਸਿਰਫ ਇੱਕ ਐਮਰਜੈਂਸੀ ਮੀਟਿੰਗ ਦੀ ਜ਼ਰੂਰਤ ਨਹੀਂ ਸੀ। ਮੈਂ ਜਥੇਦਾਰ ਤੇ ਕਿੰਤੂ ਨਹੀਂ ਕਰ ਰਹੀ, ਮੈਂ ਜਿਹੜਾ ਜਥੇਦਾਰ ਲਾਉਣ ਦੀ ਵਿਧੀ ਹੈ ਜੀ ਉਹਦੇ ਬਾਰੇ ਕਹਿ ਰਹੀ ਹਾਂ ਕਿ ਸਾਨੂੰ ਜਿਹੜੀਆਂ ਉਹ ਰਵਾਇਤਾਂ ਦੁਬਾਰਾ ਬਹਾਲ ਕਰਨੀਆਂ ਚਾਹੀਦੀਆਂ ਜਿਨ੍ਹਾਂ ਦੇ ਵਿੱਚ ਕੌਮ ਦੇ ਨਾਲ, ਜਿਨ੍ਹਾਂ ਦੇ ਨਾਲ ਕੌਮ ਦੇ ਵਿੱਚ ਏਕਤਾ ਬਣਦੀ ਹੈ। ਕਿਉਂਕਿ ਇਸ ਮੁਕੱਦਸ ਸਥਾਨ ਦੇ ਉੱਪਰ ਵੀ ਜੇ ਅਸੀਂ ਵਿਵਾਦਾਂ ਵਿੱਚ ਪੈ ਜਾਈਏ ਤਾਂ ਸਾਡੇ ਵਾਸਤੇ ਕੋਈ ਚੰਗੀ ਗੱਲ ਨਹੀਂ। ਤੁਸੀਂ ਕਿਉਂਕਿ ਅੱਜ ਜਥੇਦਾਰ ਸਾਹਿਬ ਨੂੰ ਲਾਉਣ ਵਾਸਤੇ ਮੀਟਿੰਗ ਸੱਦੀ ਗਈ ਸੀ, ਤਾਂ ਕੱਲ ਵੀ ਤੁਸੀਂ ਇਸ ਚੀਜ਼ ਦਾ ਖਦਸ਼ਾ ਪ੍ਰਗਟਾਇਆ ਸੀਗਾ। ਤੁਸੀਂ ਟਵੀਟ ਫੇਸਬੁੱਕ ਦੇ ਉੱਤੇ ਸਟੇਟਸ ਪਾਇਆ, ਕਹਿੰਦੇ ਕਿ ਅਫਵਾਹਾਂ ਦਾ ਬਾਜ਼ਾਰ ਗਰਮ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰੀ ਤੋਂ ਫਾਰਗ ਕੀਤਾ ਜਾ ਰਿਹਾ ਹੈ। ਜੇ ਸੱਚ ਹੈ ਫਿਰ ਅਕਾਲੀ ਦਲ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਧਾਰਮਿਕ ਸੰਸਥਾਵਾਂ ਨਾਲ ਖਿਲਵਾੜ ਮਹਿੰਗਾ ਪਵੇਗਾ। ਜੇ ਸੇਵਾ ਮੁਕਤ ਕਰਨਾ ਹੈ ਤਾਂ ਖੁੱਲ੍ਹ ਕੇ ਪੰਥ ਦੀ ਸਹਿਮਤੀ ਨਾਲ ਕਰੋ, ਬਿਨਾਂ ਏਜੰਡੇ ਦੇ ਐਮਰਜੈਂਸੀ ਮੀਟਿੰਗ ਕਰਕੇ ਨਹੀਂ। ਕੀ ਲੱਗਦਾ ਹੈ ਕਿ ਖਿਲਵਾੜ ਹੁਣ ਅਕਾਲੀ ਦਲ ਨੂੰ ਇਹ ਮਹਿੰਗਾ ਪਵੇਗਾ? ਅਕਾਲੀ ਦਲ ਪਹਿਲੇ ਵੀ ਇਹਨਾਂ ਸਵਾਲਾਂ ਦੇ ਘੇਰੇ ਵਿੱਚ ਹੈ, ਕੋਈ ਨਵੀਂ ਗੱਲ ਨਹੀਂ ਹੈ। ਪਰ ਜਦੋਂ ਹੁਣ ਅਕਾਲੀ ਦਲ ਨੇ ਇਸ ਚੀਜ਼ ਦਾ ਅਹਿਸਾਸ ਕਰ ਲਿਆ ਹੈ ਕਿ ਵੀ ਸਾਡੇ ਕੋਲੋਂ ਪੰਥਕ ਖੇਤਰ ਵਿੱਚ ਗਲਤੀਆਂ ਹੋਈਆਂ ਤੇ ਫਿਰ ਘੱਟੋ ਘੱਟ ਉਹ ਗਲਤੀਆਂ ਦੁਹਰਾਉਣ ਤਾਂ ਨਾ, ਉਹਨਾਂ ਦੇ ਸੁਧਾਰ ਵੱਲ ਤੁਰਨ ਨਾ ਜੀ। ਜੇ ਇਹ ਫੈਸਲੇ ਕੀਤੇ ਨੇ ਕਿ ਵੀ ਅਸੀਂ ਆਪਣਾ ਜਿਹੜੀ ਪੰਥਕ ਜਿਹੜਾ ਚਿਹਰਾ ਮੋਹਰਾ ਹੈ, ਜਿਹੜੀ ਸਾਡੀ ਪੰਥਕ ਰਵਾਇਤ ਹੈ ਜਾਂ ਸਾਡੀ ਸੋਚ ਹੈਗੀ ਸੀ, ਉਹਨੂੰ ਮੁੜ ਬਹਾਲ ਕਰਨਾ ਹੈ ਜੀ, ਫਿਰ ਉਹ ਤੇ ਤੁਰਨ ਵਾਸਤੇ ਫਿਰ ਕਦਮ ਤਾਂ ਚੁੱਕਣੇ ਪੈਣਗੇ ਨਾ। ਇਹ ਤਾਂ ਨਹੀਂ ਹੋ ਸਕਦਾ ਕਿ ਪੁਰਾਣੀਆਂ ਜਿਹੜੀਆਂ ਮੈਂ ਕਹਾਂਗੀ ਡਿਕਟੇਟਰਸ਼ਿਪ ਟਾਈਪ ਜਿਹੜੇ ਫੈਸਲੇ ਲੈਣ ਦਾ ਤਰੀਕਾ ਹੈ ਉਹਦੇ ਵਿੱਚ ਤਬਦੀਲੀ ਦੀ ਲੋੜ ਹੈ। ਕੀ ਇਹ ਫੈਸਲਾ ਵੀ ਡਿਕਟੇਟਰਸ਼ਿਪ ਦੇ ਤਹਿਤ ਹੀ ਲਿੱਤਾ ਗਿਆ ਤੁਹਾਡੇ ਹਿਸਾਬ ਨਾਲ? ਮੈਂ ਸਮਝਦੀ ਹਾਂ ਇਹ ਤਬਦੀਲੀ ਵਾਸਤੇ ਇੱਕ ਬਹੁਤ ਵਧੀਆ ਮੌਕਾ ਸੀ। ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਇੱਥੇ ਜੇ ਕਾਰਜਕਾਰੀ ਜਥੇਦਾਰ ਥਾਪਿਆ ਗਿਆ ਸੀ ਤੇ ਕੁਦਰਤੀ ਗੱਲ ਹੈ ਉਹਨਾਂ ਦੀ ਜਗ੍ਹਾ ਕਿਸੇ ਨਾ ਕਿਸੇ ਨੂੰ ਤਾਂ ਇੱਥੇ ਇੱਕ ਪੂਰੇ ਅਹੁਦੇ ਦੇ ਉੱਪਰ ਜ਼ਿੰਮੇਵਾਰੀ ਦੇਣੀ ਸੀ, ਚਾਹੇ ਉਹਨਾਂ ਨੂੰ ਦਿੰਦੇ ਚਾਹੇ ਕਿਸੇ ਹੋਰ ਨੂੰ ਦਿੰਦੇ। ਉਹਨਾਂ ਨੂੰ ਵੀ ਪਰਮਾਨੈਂਟ ਕੀਤਾ ਜਾ ਸਕਦਾ ਸੀ, ਉਹਨਾਂ ਨੂੰ ਵੀ ਕੀਤਾ ਜਾ ਸਕਦਾ ਸੀ। ਮਤਲਬ ਮੇਰਾ ਸਵਾਲ ਇਹ ਨਹੀਂ ਹੈ ਕਿ ਕਿਹਨੂੰ ਲਾਇਆ ਕਿਹਨੂੰ ਨਹੀਂ ਲਾਇਆ। ਮੈਂ ਵੀ ਇਹ ਪੁੱਛ ਰਿਹਾ ਕਿ ਤੁਸੀਂ ਸਵਾਲ ਲਾਉਣ ਦੇ ਤਰੀਕੇ ਦੇ ਉੱਤੇ
ਚੁੱਕ ਰਹੇ ਹੋ ਕਿ ਪਰੰਪਰਾਵਾਂ ਉਹ ਨਹੀਂ ਹੈ ਔਰ ਜੋ ਪੁਰਾਣੇ ਇਲਜ਼ਾਮ ਲੱਗਦੇ ਆ ਰਹੇ ਸੀ ਉਹੀ ਗਲਤੀ ਨੂੰ ਅਕਾਲੀ ਦਲ ਬਾਦਲ ਉਹਨਾਂ ਨੇ, ਸੁਖਬੀਰ ਸਿੰਘ ਬਾਦਲ ਉਹਨਾਂ ਨੇ ਦੁਹਰਾਇਆ ਹੈ। ਤਾਂ ਮੈਂ ਉਹੀ ਪੁੱਛ ਰਿਹਾ ਸੀ ਕਿ ਕੀ ਲੱਗਦਾ ਕਿ ਉਹੀ ਡਿਕਟੇਟਰਸ਼ਿਪ ਵਾਲਾ ਫਿਰ ਰਵੱਈਆ ਅਕਾਲੀ ਦਲ ਦੇ ਵੱਲੋਂ, ਸੁਖਬੀਰ ਸਿੰਘ ਬਾਦਲ ਦੇ ਵੱਲੋਂ ਅਪਣਾਇਆ ਗਿਆ? ਦੇਖੋ, ਇਹਦੇ ਵਿੱਚ ਤੁਸੀਂ ਸੁਖਬੀਰ ਸਿੰਘ ਬਾਦਲ ਨੂੰ ਕਿੰਨਾ ਕੁ ਦੋਸ਼ੀ ਠਹਿਰਾ ਸਕਦੇ ਹੋ, ਮੈਂ ਇਸ ਬਾਰੇ ਕੁਝ ਨਹੀਂ ਕਹਿ ਸਕਦੀ। ਇਹ ਤਾਂ ਤੁਹਾਨੂੰ ਪ੍ਰਧਾਨ ਤੇ ਐਗਜ਼ੈਕਟਿਵ ਬੈਠਕ ਦੱਸ ਸਕਦੀ ਹੈ ਕਿ ਉਹਨਾਂ ਨੇ ਫੈਸਲਾ ਕਿਸ ਤਰ੍ਹਾਂ ਕੀਤਾ ਜਾਂ ਕਿਵੇਂ ਕੀਤਾ। ਮੈਂ ਤਾਂ ਬਤੌਰ ਇੱਕ ਸ਼੍ਰੋਮਣੀ ਕਮੇਟੀ ਮੈਂਬਰ ਜੋ ਕਿ ਦੂਰੋਂ ਦੇਖ ਰਹੀ ਹਾਂ ਕਿ ਕੀ ਹੋ ਰਿਹਾ, ਕਿਉਂਕਿ ਜੇ ਅਸੀਂ ਸ਼੍ਰੋਮਣੀ ਕਮੇਟੀ ਮੈਂਬਰ ਹਾਂ, ਅਸੀਂ ਵੀ ਤਾਂ ਪੰਥ ਦੇ ਨੁਮਾਇੰਦੇ ਆ। ਬਿਲਕੁਲ। ਤੇ ਜੇ ਕਿਤੇ ਨਾ ਕਿਤੇ ਜੇ ਤੁਸੀਂ ਆਪਣੇ ਮੈਂਬਰਾਂ ਕੋਲੋਂ ਵੀ ਰਾਏ ਨਹੀਂ ਲੈਣੀ ਹੈਗੀ ਤੇ ਬਾਹਰੀਆਂ ਹੋਰ ਕਿਹਨਾਂ ਜਥੇਬੰਦੀਆਂ ਕੋਲੋਂ ਰਾਏ ਲੈ ਰਹੇ ਹੋ, ਸਾਨੂੰ ਇਹ ਜਾਣਨ ਦਾ ਤਾਂ ਹੱਕ ਹੈ ਨਾ। ਜਿਹੜਾ ਵੀ ਜੋ ਵੀ ਹੋਵੇ ਟਰਾਂਸਪੇਰੈਂਟ ਤਰੀਕੇ ਦੇ ਨਾਲ ਹੋਣਾ ਚਾਹੀਦਾ ਹੈ, ਕਿਉਂਕਿ ਇਹ ਸਥਾਨ ਅਜਿਹਾ ਨਹੀਂ ਹੈ ਜਿਹਨੂੰ ਅਸੀਂ ਵਿਵਾਦਾਂ ਵਿੱਚ ਪਾਈਏ। ਤੇ ਜਿੰਨੀ ਇਹਦੇ ਵਿੱਚ ਅਸੀਂ ਪਾਰਦਰਸ਼ਤਾ ਰੱਖਾਂਗੇ, ਜਿੰਨਾ ਜਥੇਦਾਰ ਦੀ ਨਿਯੁਕਤੀ ਕਰਨ ਦੇ ਤਰੀਕੇ ਦੇ ਨਾਲ ਪਾਰਦਰਸ਼ਤਾ ਰੱਖਾਂਗੇ, ਉਹ ਸਾਡੇ ਲਈ ਬਿਹਤਰ ਹੋਏਗਾ। ਔਰ ਤੁਸੀਂ ਕਿਹਾ ਕਿ ਖਿਲਵਾੜ ਮਹਿੰਗਾ ਪਵੇਗਾ, ਇਸ ਨੂੰ ਕਿਵੇਂ ਸਮਝਿਆ ਜਾਵੇ? ਕੀ ਲੱਗਦਾ ਹੈ ਕਿ ਜੋ ਇਲਜ਼ਾਮ, ਜੋ ਚੀਜ਼ਾਂ ਅਕਾਲੀ ਦਲ ਦੀ ਪਰਸੈਪਸ਼ਨ ਬਣ ਰਹੀ ਸੀ ਲੋਕਾਂ ਦੇ ਵਿੱਚ, ਉਹੀ ਫਿਰ ਸੇਮ ਅੱਗੇ ਵੀ ਕੰਟੀਨਿਊ ਰਹੂਗੀ? ਜਿਹੜੀ ਅਕਾਲੀ ਦਲ ਦੀ ਪਰਸੈਪਸ਼ਨ ਇੱਕ ਬਣੀ ਹੈ, ਉਹਦੇ ਵਿੱਚ ਫਿਲਹਾਲ ਤਾਂ ਤਬਦੀਲੀ ਦਿਸ ਨਹੀਂ ਰਹੀ। ਤੇ ਉਹਦੀ ਪਰਸੈਪਸ਼ਨ ਦੀ ਤਬਦੀਲੀ ਵਾਸਤੇ ਸਾਨੂੰ ਕਿਤੇ ਨਾ ਕਿਤੇ ਕੁਝ ਕਰਕੇ ਦਿਖਾਣਾ ਪਏਗਾ। ਅਮਲੀ ਤੌਰ ਤੇ ਜਦ ਤੱਕ ਨਹੀਂ ਕੁਝ ਦਿਸੇਗਾ ਤੇ ਕੌਣ ਇਤਬਾਰ ਕਰੇਗਾ? ਮੈਮ, ਤੁਹਾਡੇ ਕੋਲ ਕੋਈ ਇਹੋ ਜਿਹਾ ਪ੍ਰੋਸੈਸ ਹੈ, ਮਾਡਲ ਹੈ ਤੁਸੀਂ ਜੋ ਰੱਖ ਸਕੋ ਬਤੌਰ SGPC ਮੈਂਬਰ? ਸੀਨੀਅਰ ਤੁਸੀਂ SGPC ਮੈਂਬਰ ਹੋ, ਜੇ ਤੁਹਾਡੇ ਤੋਂ ਰਾਏ ਲੈਣ ਤਾਂ ਤੁਹਾਡੇ ਕੋਲ ਕੋਈ ਅਜਿਹਾ ਮਾਡਲ ਹੈ ਜਿਹੜੀ ਇਸ ਤਮਾਮ ਪਰਸੈਪਸ਼ਨ ਨੂੰ ਤੋੜ ਸਕੇ? ਮਾਡਲ ਤਾਂ ਜੀ ਸਾਡੇ ਇਤਿਹਾਸ ਵਿੱਚ ਪਏ ਹੋਏ ਨੇ। ਅੱਗੇ ਵੀ ਤਾਂ ਸ਼੍ਰੋਮਣੀ ਕਮੇਟੀ ਵਾਹਦ ਸੰਸਥਾ ਨਹੀਂ ਸੀ, ਹੋਰ ਵੀ ਜਿਹੜੀਆਂ ਹੁਣ ਨਿਹੰਗ ਸਿੰਘ ਜਥੇਬੰਦੀਆਂ ਹੈਗੀਆਂ, ਨਿਰਮਲੇ ਸਿੰਘ ਹੈਗੇ, ਹੋਰ ਜਥੇਬੰਦੀਆਂ ਜਿਹੜੀਆਂ ਯਤਨਸ਼ੀਲ ਸਿੱਖੀ ਦੇ ਪ੍ਰਚਾਰ ਪ੍ਰਸਾਰ ਵਾਸਤੇ, ਉਹ ਸਾਰਿਆਂ ਨੂੰ ਬੁਲਾ ਕੇ ਤੇ ਉਹਨਾਂ ਦੀ ਰਾਏ ਤਾਂ ਲੈਣੀ ਚਾਹੀਦੀ ਹੈ। ਭਾਵੇਂ ਇੱਕ ਚਿੱਠੀ ਸਾਰਿਆਂ ਨੂੰ ਸਰਕੂਲੇਟ ਕੀਤੀ ਜਾਵੇ, ਇੱਕ ਕੰਸਲਟੇਸ਼ਨ ਦਾ ਪ੍ਰੋਸੈਸ ਤਾਂ ਹੋਣਾ ਚਾਹੀਦਾ ਨਾ, ਜਿਹੜਾ ਪਹਿਲਾਂ ਹੋਇਆ ਕਰਦਾ ਸੀ। ਇੱਕ ਸੌਰਟ ਆਫ ਤੁਸੀਂ ਕਹਿ ਰਹੇ ਹੋ ਕਿ ਸਰਬੱਤ ਖਾਲਸਾ ਵਾਂਗੂ ਸਾਰੀ ਇਕੱਤਰਤਾ ਹੋਣੀ ਚਾਹੀਦੀ ਸੀਗੀ? ਦੇਖੋ, ਸਰਬੱਤ ਖਾਲਸਾ ਦਾ ਜਿਹੜਾ ਕਨਸੈਪਟ ਹੈ ਉਹਦੇ ਬਾਰੇ ਵੀ ਵਿਚਾਰ ਕਰਨ ਦੀ ਜ਼ਰੂਰਤ ਹੈ। ਹੁਣ ਇਹ ਜਿਹੜਾ ਸਰਬੱਤ ਖਾਲਸਾ ਦਾ ਕਨਸੈਪਟ 84 ਦੇ ਵਿੱਚ ਰਿਵਾਈਵ ਕੀਤਾ ਹੈ, ਇਹ ਤਾਂ ਕਾਂਗਰਸ ਦੀ ਸਰਕਾਰ ਨੇ ਕੀਤਾ ਸੀ। ਜਦੋਂ ਸ਼੍ਰੋਮਣੀ ਕਮੇਟੀ ਇੱਕ ਸਿੰਘ ਸਭਾ ਮੂਵਮੈਂਟ ਤੋਂ ਬਾਅਦ ਬਣੀ ਹੈ ਤੇ ਸ਼੍ਰੋਮਣੀ ਕਮੇਟੀ ਹੀ ਸਰਬੱਤ ਖਾਲਸਾ ਦਾ ਸਰੂਪ ਸੀ ਜੀ, ਕਿਉਂਕਿ ਇਹਦੇ ਵਿੱਚ ਇੱਕ ਤਾਂ ਸਾਰੀ ਸਿੱਖਾਂ ਦੀ ਨੁਮਾਇੰਦਗੀ ਸੀ, ਦੂਸਰਾ ਜਿੱਥੇ ਵੋਟਾਂ ਨਾਲ ਨਹੀਂ ਸੀ ਆਉਂਦੇ ਉੱਥੇ ਨੋਮੀਨੇਟ ਹੁੰਦੇ ਸੀ। ਸਾਰੀ ਕੌਮ ਨੇ ਇਹਦੇ ਵਾਸਤੇ ਤਸ਼ੱਦਦ ਚੱਲਿਆ, ਸਾਰੀ ਕੌਮ ਨੇ ਕੁਰਬਾਨੀਆਂ ਦਿੱਤੀਆਂ। ਅਗਰ ਤੁਸੀਂ ਪੁਰਾਣਾ ਸ਼੍ਰੋਮਣੀ ਕਮੇਟੀ ਦਾ ਸਟੇਟਸ, ਮੈਂ ਉਸੇ ਤੇ ਹੀ ਆਉਣਾ ਚਾਹੁੰਦਾ ਸੀ ਕਿ ਮਾਸਟਰ ਤਾਰਾ ਸਿੰਘ ਜੀ ਉਹਨਾਂ ਦਾ ਦੌਰ ਕਿਹੋ ਜਿਹਾ ਸੀਗਾ, ਉਦੋਂ ਕਿਸ ਤਰੀਕੇ ਦੇ ਨਾਲ ਇਹ ਇਲੈਕਸ਼ਨ ਔਰ ਸਿਲੈਕਸ਼ਨ ਦਾ ਪ੍ਰੋਸੈਸ ਸਾਰਾ ਰਹਿੰਦਾ ਸੀਗਾ? ਦੇਖੋ, ਅੱਜ ਦੀ ਡੇਟ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਜਿਹੜਾ ਐਕਟੀਵਿਟੀ ਹੈ ਤੇ ਜਿਹੜੀ ਪਹਿਲੇ ਸੀ ਜੀ, ਉਹਦੇ ਵਿੱਚ ਬਹੁਤ ਫਰਕ ਹੈ। ਮੰਗ ਤਾਂ ਰਹਿੰਦੀ ਹੈ, ਮੰਗ ਤਾਂ ਅਜੇ ਵੀ ਇਹੀ ਹੈ ਕਿ 1984 ਤੋਂ ਬਾਅਦ ਇਹ ਸਾਰਾ ਕੁਝ ਬਦਲਿਆ। ਤੁਸੀਂ ਹੈਰਾਨ ਹੋਵੋਗੇ, ਪਤਾ ਨਹੀਂ ਤੁਸੀਂ ਇਤਿਹਾਸ ਪੜ੍ਹਿਆ ਕਿ ਨਹੀਂ ਪੜ੍ਹਿਆ, ਉਹ ਵੀ ਟਾਈਮ ਆਇਆ ਸੀ 1988 ਵਿੱਚ, ਮੇਰਾ ਖਿਆਲ 86 ਜਾਂ 88 ਦੇ ਵਿੱਚ, ਜਦੋਂ ਸਰਕਾਰ ਨੇ ਇੱਥੇ ਜਥੇਦਾਰ ਲਾ ਦਿੱਤੇ ਸੀ। ਉਹ ਵੀ ਸਮਾਂ ਆਇਆ ਸੀ ਅਕਾਲ ਤਖਤ ਸਾਹਿਬ ਤੇ ਜੀ। ਇਹ 84 ਤੋਂ ਬਾਅਦ ਸਾਰੀਆਂ ਸਾਡੀਆਂ ਪਰੰਪਰਾਵਾਂ ਵਿਗੜੀਆਂ ਹੈਗੀਆਂ। ਸਾਨੂੰ ਇਹਨੂੰ ਸਾਰਿਆਂ ਨੂੰ ਦੁਬਾਰਾ ਬੈਠ ਕੇ ਐਨਾਲਾਈਜ਼ ਕਰਕੇ ਮੁੜ ਲੀਹਾਂ ਤੇ ਲੈ ਕੇ ਆਉਣਾ ਚਾਹੀਦਾ ਹੈ। ਮੈਂ ਉਹੀ ਪੁੱਛ ਰਿਹਾ ਸੀ, ਤਾਂ ਇਹ ਕਿਵੇਂ ਮੁੜ ਲੀਹਾਂ ਦੇ ਉੱਤੇ ਕਿਵੇਂ ਲੈ ਕੇ ਆਇਆ ਜਾ ਸਕਦਾ ਹੈ? ਤੁਹਾਡੇ ਕੋਲ ਇਸ ਨੂੰ ਲੈ ਕੇ ਆਉਣ ਦਾ ਤੁਸੀਂ ਕੋਈ ਸੁਝਾਅ ਇੱਥੇ ਰੱਖਣਾ ਚਾਹੋ ਜਿਹੜਾ ਕਿ ਪਹੁੰਚੇ, ਲੋਕਾਂ ਤੱਕ ਵੀ ਪਹੁੰਚੇ? ਜੇ ਇਸ ਵੇਲੇ ਉਹ ਤੁਹਾਡੀ ਇਹ ਗੱਲਬਾਤ ਭਾਵੇਂ ਉਹ ਅਕਾਲੀ ਦਲ ਦੇ ਲੀਡਰ ਵੀ ਸੁਣਦੇ ਹੋਣ ਜਾਂ ਤਮਾਮ ਲੋਕ ਸੁਣਦੇ ਹੋਣ, ਤਾਂ ਉਹਨਾਂ ਤੱਕ ਇਹ ਚੀਜ਼ ਜ਼ਰੂਰ ਪਹੁੰਚੇ ਕਿ ਕੀ ਪ੍ਰੋਸੈਸ ਹੋਵੇ, ਮੁੜ ਕਿਵੇਂ ਉਸ ਲੀਹਾਂ ਦੇ ਉੱਤੇ ਦੁਬਾਰਾ ਲੈ ਕੇ ਆਇਆ ਜਾਵੇ, ਉਹ ਅਕਾਲ ਤਖਤ ਸਾਹਿਬ ਦਾ ਜਿਹੜਾ ਰੁਤਬਾ ਹੈ ਉਹ ਕਿਵੇਂ ਫੂਲਾ ਸਿੰਘ ਉਹਨਾਂ ਵਾਂਗੂ ਬਣਾਇਆ ਜਾਵੇ?
ਠੀਕ ਹੈ, ਇਹ ਅਜਿਹਾ ਮੁੱਦਾ ਨਹੀਂ ਜਿਹਦੇ ਉੱਪਰ ਮੈਂ ਕੋਈ ਵਿਚਾਰ ਦਿਆਂ ਤੇ ਜਿਹੜਾ ਪੱਥਰ ਤੇ ਲਕੀਰ ਹੋਵੇ। ਇਹ ਅਜਿਹਾ ਮੁੱਦਾ ਹੈ ਜਿਹਦੇ ਵਿੱਚ ਕੌਮ ਦੇ ਵਿਦਵਾਨਾਂ ਨੂੰ ਬੈਠ ਕੇ ਦੁਬਾਰਾ ਵਿਚਾਰ ਕਰਨ ਦੀ ਜ਼ਰੂਰਤ ਹੈ, ਔਰ ਇਹ ਪੰਥਕ ਇੱਕ ਸੋਲੂਸ਼ਨ ਜਾਂ ਸੁਜੈਸ਼ਨ ਹੀ ਹੋ ਸਕਦੀ ਹੈ। ਮੈਂ ਕਿਸੇ ਪੰਥਕ ਇਕੱਠ ਦੇ ਵਿੱਚ ਤਾਂ ਇਹ ਜ਼ਰੂਰ ਗੱਲ ਕਰ ਸਕਦੀ ਹਾਂ, ਜ਼ਰੂਰ ਰਾਏ ਦੇ ਸਕਦੀ ਹਾਂ, ਪਰ ਸੋਸ਼ਲ ਮੀਡੀਆ ਦੇ ਉੱਪਰ ਨਹੀਂ। ਇਹ ਸੋਸ਼ਲ ਮੀਡੀਆ ਤੇ ਵਿਚਾਰਨ ਦਾ ਮਸਲਾ ਨਹੀਂ ਹੈ। ਔਰ ਇੱਕ ਚੀਜ਼ ਹੋਰ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਜਿਸ ਤਰੀਕੇ ਦੇ ਨਾਲ ਇਹ ਅਕਸਰ ਸਵਾਲ ਖੜੇ ਹੁੰਦੇ ਨੇ ਇਲੈਕਸ਼ਨ ਪ੍ਰੋਸੈਸ ਨੂੰ ਲੈ ਕੇ, ਜੇ ਅਸੀਂ ਹੋਰ ਧਰਮਾਂ ਦੀ ਗੱਲ ਕਰ ਲਈਏ, ਕ੍ਰਿਸਚੈਨਿਟੀ ਦੀ ਗੱਲ ਕਰ ਲਈਏ, ਅਸਲੀ ਮੁਸਲਿਮ ਭਾਈਚਾਰੇ ਦੀ ਗੱਲ ਕਰ ਲਈਏ, ਹਿੰਦੂ ਭਾਈਚਾਰੇ ਦੀ ਗੱਲ ਕਰ ਲਈਏ, ਉੱਥੇ ਸਿਲੈਕਸ਼ਨ ਹੁੰਦੀ ਹੈ, ਇਲੈਕਸ਼ਨ ਹੁੰਦੀ ਹੈ, ਉੱਥੇ ਸਿਲੈਕਸ਼ਨ ਨਹੀਂ ਹੁੰਦੀ। ਤਾਂ ਤੁਹਾਨੂੰ ਲੱਗਦਾ ਕਿ ਇਹੀ ਫਾਰਮੂਲਾ ਜਿਹੜਾ ਹੈ ਉਹ ਇੱਥੇ ਵੀ ਆਪਟ ਹੋਣਾ ਚਾਹੀਦਾ ਹੈ ਕਿ ਲੋਕਾਂ ਦੇ ਕੋਲ, ਪੰਥ ਦੇ ਕੋਲ ਇਹ ਪਾਵਰਾਂ ਹੋਣੀਆਂ ਚਾਹੀਦੀਆਂ ਕਿ ਉਹੀ ਸਿਲੈਕਟ ਕਰ ਸਕਣ, ਨਾ ਕਿ ਇਹ ਇਲੈਕਸ਼ਨ ਜਿਹੜੀ ਹੈਗੀ ਹੈ ਜਿਸ ਤਰੀਕੇ ਨਾਲ ਕਰਾਈ ਜਾਂਦੀ ਹੈ ਔਰ ਫਿਰ ਐਲਾਨ ਦਿੱਤਾ ਜਾਂਦਾ ਹੈ? ਦੇਖੋ, ਅਸੀਂ ਕ੍ਰਿਸਚੈਨਿਟੀ ਤੇ ਇਸਲਾਮ ਦੇ ਨਾਲ ਮੁਕਾਬਲਾ ਨਹੀਂ ਕਰ ਸਕਦੇ, ਨਾ ਹਿੰਦੂਇਜ਼ਮ ਨਾਲ ਕਰ ਸਕਦੇ ਹੋ, ਕਿਉਂਕਿ ਉਹਨਾਂ ਸਾਰਿਆਂ ਵਿੱਚ ਇੱਕ ਐਸਟੈਬਲਿਸ਼ਡ ਪ੍ਰੀਸਟਲੀ ਕਲਾਸ ਹੈ। ਸਿੱਖ ਕੌਮ ਦੇ ਵਿੱਚ ਪ੍ਰੀਸਟਲੀ ਕਲਾਸ ਦੀ ਕੋਈ ਇਹੋ ਜਿਹੀ ਐਸਟੈਬਲਿਸ਼ਡ ਨਹੀਂ ਹੈ। ਤਾਂ ਅਸੀਂ ਉਹਨਾਂ ਪਰੰਪਰਾਵਾਂ ਵੱਲ ਨਾ ਤੁਰੀਏ ਜਿੱਥੋਂ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਕੱਢਿਆ ਸੀ। ਸਾਨੂੰ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਲੜ ਲਾਇਆ। ਅਸੀਂ ਆਪਣਾ ਰਸਤਾ ਉਹਦੇ ਚੋਂ ਲੱਭਣਾ, ਨਾ ਕਿ ਅਸੀਂ ਦੂਸਰਿਆਂ ਵੱਲ ਦੇਖਣਾ ਕਿ ਉਹ ਕੀ ਕਰ ਰਹੇ ਨੇ। ਕਾਨੂੰਨ ਤੁਸੀਂ ਜਿਹੜਾ ਮਰਜ਼ੀ ਬਣਾ ਲਓ, ਜਦ ਤੱਕ ਤੁਹਾਡੀ ਨੀਅਤ ਨਹੀਂ, ਜਦ ਤੱਕ ਤੁਹਾਡੇ ਮਨ 'ਚ ਸ਼ਰਧਾ ਨਹੀਂ, ਉਦੋਂ ਤੱਕ ਤੁਸੀਂ ਤੁਰ ਨਹੀਂ ਸਕਦੇ ਉਸ ਪਾਸੇ। ਗੱਲ ਤਾਂ ਨੀਅਤ ਦੀ ਹੁੰਦੀ ਹੈ ਜੀ। ਔਰ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਅਕਾਲ ਤਖਤ ਸਾਹਿਬ ਦੇ ਜੋ ਪਹਿਲਾਂ ਜਥੇਦਾਰ ਰਹੇ ਗਿਆਨੀ ਹਰਪ੍ਰੀਤ ਸਿੰਘ, ਉਹਨਾਂ ਨੂੰ ਕਹਿੰਦੇ ਏਜੰਡੇ ਦੇ ਤਹਿਤ ਲਾਇਆ ਗਿਆ, ਤਾਂ ਇਹ ਕੀ ਕਾਰਨ ਹੋ ਸਕਦੇ ਨੇ? ਏਜੰਡੇ ਕਿਉਂ ਉਹਨਾਂ ਦੇ ਉੱਤੇ ਇਹ ਸਾਰੇ ਥੋਪੇ ਗਏ? ਕਿਉਂ ਉਹਨਾਂ ਨੂੰ ਇਸ ਏਜੰਡੇ ਦੇ ਵਿੱਚ ਇਨਵੋਲਵ ਕੀਤਾ ਗਿਆ? ਇਹ ਤਾਂ ਤੁਹਾਨੂੰ ਲਾਣ ਵਾਲੇ ਦੱਸ ਸਕਦੇ ਜੀ। ਮੈਂ ਤਾਂ ਬਤੌਰ ਇੱਕ ਸ਼ਰਧਾਵਾਨ ਸਿੱਖ, ਮੈਂ ਤਾਂ ਸਿਰਫ ਉਸ ਅਹੁਦੇ ਦਾ ਔਰ ਉਸ ਅਹੁਦੇ ਤੇ ਬੈਠੇ ਜਥੇਦਾਰ ਦਾ ਸਤਿਕਾਰ ਕਰਦੀ ਆ। ਜੋ ਉਹਨਾਂ ਨੇ ਸਹੀ ਫੈਸਲੇ ਕੀਤੇ ਉਹਨਾਂ ਦਾ ਸਮਰਥਨ ਕਰਦੇ ਆ। ਕਿਉਂਕਿ ਬਹੁਤ ਸਾਰੀਆਂ ਚਰਚਾਵਾਂ ਇਹ ਵੀ ਹੋਈਆਂ ਨਾ ਕਿ ਰਾਘਵ ਚੱਡਾ ਉਹਨਾਂ ਦੀ ਸਗਾਈ ਦੇ ਉੱਤੇ ਜਾਣ ਤੋਂ ਬਾਅਦ ਹੀ ਇਹ ਰੇੜਕਾ ਨਵਾਂ ਸ਼ੁਰੂ ਹੁੰਦਾ ਹੋਇਆ ਨਜ਼ਰ ਆਇਆ। ਉਸ ਤੋਂ ਬਾਅਦ ਹੀ ਇਹ ਕਿਆਸਰਾਈਆਂ ਲਗਾਉਣੀਆਂ ਸ਼ੁਰੂ ਹੋ ਗਈਆਂ ਸੀ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਦੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਲਾਇਆ ਜਾ ਸਕਦਾ ਹੈ, ਜਾਂ ਕਹਿ ਲਓ ਕਿ ਇੱਕ ਉਹ ਮਾਹੌਲ ਉਦੋਂ ਤਿਆਰ ਕੀਤਾ ਗਿਆ ਵਿਰਸਾ ਸਿੰਘ ਵਲਟੋਹਾ ਉਹਨਾਂ ਤੋਂ ਸਟੇਟਸ ਪਵਾ ਕੇ। ਪਰ ਪਿੱਛੇ ਦੀਆਂ ਚੀਜ਼ਾਂ ਦਾ ਕਹਿੰਦੇ ਬਹੁਤ ਕੁਝ ਪਹਿਲਾਂ ਤੋਂ ਹੀ ਚੱਲ ਰਹੀਆਂ ਸੀ। ਢੀਂਡਸਾ ਕਹਿ ਰਹੇ ਨੇ ਕਿ ਕੋਈ ਮਾਫੀ ਦਾ ਪੱਤਰ ਜਿਹੜਾ ਸੀ ਉਹ ਭੇਜਿਆ ਸੀ, ਉਹ ਜਥੇਦਾਰ ਨੇ ਸਵੀਕਾਰ ਕਰਨ ਤੋਂ ਮਨਾ ਕਰ ਦਿੱਤਾ। ਤਾਂ ਇਹੋ ਜਿਹੀਆਂ ਪਿੱਛੇ ਬੈਕਗਰਾਊਂਡ ਦੇ ਵਿੱਚ ਚੀਜ਼ਾਂ ਕਹਿੰਦੇ ਬਹੁਤ ਸਾਰੀਆਂ ਚੱਲ ਰਹੀਆਂ ਸੀ। ਦੇਖੋ ਜੀ, ਬੈਕਗਰਾਊਂਡ ਦੇ ਵਿੱਚ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਡੇਰੇ ਸਿਰਸੇ ਵਾਲੇ ਨੂੰ ਮਾਫ ਕੀਤਾ, ਇਸ ਤੋਂ ਸਾਰੀ ਗੱਲ ਅਕਾਲੀ ਦਲ ਦੇ ਵਿਰੁੱਧ ਜਾਣੀ ਸ਼ੁਰੂ ਹੋਈ ਜੀ। ਤੇ ਉਹ ਜਦੋਂ ਮਾਫੀਆ ਸਿਆਸੀ ਲੀਡਰਾਂ ਨੇ ਦਵਾਈਆਂ, ਉਸ ਵੇਲੇ ਕਿਉਂ ਨਾ ਜਥੇਦਾਰ ਤੇ ਕੋਈ ਐਕਸ਼ਨ ਲਿਆ? ਰਾਘਵ ਚੱਡਾ ਦੇ ਵਿਆਹ ਤੇ ਜੇ ਜਥੇਦਾਰ ਸਾਹਿਬ ਚਲੇ ਗਏ ਸੀ ਤੇ ਉਹਨਾਂ ਕੋਲ ਸਪਸ਼ਟੀਕਰਨ ਲੈ ਲੈਣਾ ਸੀ। ਇਹ ਇਤਰਾਜ਼ ਹੈ। ਦੇਖੋ, ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਦਾਦੂ ਦੀ ਪੀਰ ਦੀ ਕਬਰ ਤੇ ਤੀਰ ਨਵਾਇਆ ਸੀ ਤੇ ਉਹਨਾਂ ਦੇ ਨਾਲ ਸਿੰਘਾਂ ਨੇ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਸਵਾਲ ਕੀਤਾ ਸੀ ਕਿ ਤੁਸੀਂ ਸਾਨੂੰ ਮਨਾ ਕੀਤਾ ਹੈ ਕਿ ਵੀ ਕਿਸੇ ਕਬਰ ਤੇ ਸਿਰ ਨਹੀਂ ਨਿਵਾਉਣਾ ਤੇ ਤੁਸੀਂ ਆਪਣਾ ਤੀਰ ਨਿਵਾ ਦਿਓ। ਬਿਲਕੁਲ, ਸਿੰਘਾਂ ਨੇ ਤਾਂ ਗੋਬਿੰਦ ਸਿੰਘ ਜੀ ਨੂੰ ਵੀ ਕੁਐਸਚਨ ਕਰਤਾ ਸੀ, ਜਿਹੜੇ ਦੇਖ ਰਹੇ ਸੀ ਕਿ ਵੀ ਇਹਨਾਂ ਮੇਰੇ ਸਿੱਖਾਂ ਨੂੰ ਕੋਈ ਸਿੱਖੀ ਸਮਝ ਆਈ ਕਿ ਨਹੀਂ ਆਈ। ਤੇ ਜੇ ਜਥੇਦਾਰ ਤੋਂ ਜੇ ਕੌਮ ਨੂੰ ਮਹਿਸੂਸ ਹੋ ਰਿਹਾ ਸੀ ਜਾਂ ਕੁਝ ਲੀਡਰ ਨੂੰ ਮਹਿਸੂਸ ਹੋ ਰਿਹਾ ਸੀ ਕਿ ਨਹੀਂ ਕਰਨਾ ਚਾਹੀਦਾ ਸੀ, ਤੇ ਉਹਨਾਂ ਨੂੰ ਸਵਾਲ ਪੁੱਛ ਲੈਂਦੇ। ਔਰ ਸੋਸ਼ਲ ਮੀਡੀਆ ਦੇ ਉੱਪਰ ਜਾ ਕੇ ਤੇ ਬਖੇੜਾ ਖੜਾ ਕਰਨਾ, ਤੇ ਇਹ ਕਿੰਨੀ ਕੋ ਇਹਦੇ ਕੁਝ ਵੀ ਤੁਸੀਂ ਅਰਥ ਕੱਢ ਸਕਦੇ ਹੋ, ਔਰ ਉਸ ਤਰ੍ਹਾਂ ਦੇ ਅਰਥ ਕੱਢੇ ਗਏ। ਕਿਉਂਕਿ ਉਹ ਵੀ ਤੁਹਾਨੂੰ ਯਾਦ ਹੋਊਗਾ ਕਿ ਜਦੋਂ ਡੇਰਾ ਸੱਚਾ ਸੌਦਾ ਨੂੰ ਮਾਫੀ ਦਿੱਤੀ ਗਈ ਸੀ ਤਾਂ ਉਦੋਂ ਕੋਈ ਆਵਾਜ਼ ਚੁੱਕਦਾ ਸੀ, ਬੋਲਦਾ ਸੀ, ਤਾਂ ਉਦੋਂ ਸ਼ਾਇਦ ਅਕਾਲੀ ਦਲ ਹੀ ਕਹਿੰਦਾ ਸੀ ਕਿ ਜੇ ਕਿਸੇ ਨੇ ਗੱਲ ਕਰਨੀ ਹੈ ਤਾਂ ਉਹ ਅੰਦਰ ਆ ਕੇ ਅੰਦਰ ਖਾਤੇ ਗੱਲ ਕਰ ਲੇ, ਨਾ ਕਿ ਖੁੱਲ੍ਹ ਕੇ ਇਹੋ ਜਿਹੀਆਂ ਬਿਆਨਬਾਜ਼ੀਆਂ ਜਿਹੜੀਆਂ ਨੇ ਉਹ ਦਿੱਤੀਆਂ ਜਾਣ। ਪਰ ਹੁਣ ਜਦੋਂ ਉਹੀ ਗੱਲ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਉੱਤੇ ਆਉਂਦੀ ਹੈ ਤੇ ਆਪ ਉਸੇ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਪਲੇਟਫਾਰਮ ਦੀ ਉਹ ਵਰਤੋਂ ਕਰਦੇ ਨੇ। ਇੱਕ ਪਾਸੇ ਤਾਂ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਕਿਹਾ ਹੈ ਕਿ ਜਥੇਦਾਰ ਜੀ ਨੇ ਆਪ ਹੀ ਇਸ ਅਹੁਦੇ ਨੂੰ ਛੱਡਿਆ ਹੈ,
ਜੀ ਜੋ ਕਿ ਚੰਗੀ ਗੱਲ ਹੈ। ਪਰ ਫਿਰ ਜੇ ਜਥੇਦਾਰ ਜੀ ਆਪ ਇੱਕ ਦਿਨ ਪਹਿਲਾਂ ਬਿਆਨ ਦੇ ਦਿੰਦੇ ਕਿ ਵੀ ਮੈਂ ਹੁਣ ਦਮਦਮਾ ਸਾਹਿਬ ਦੀ ਜ਼ਿੰਮੇਵਾਰੀ ਸਾਂਭੀ ਹੈ ਤੇ ਇਹ ਜ਼ਿੰਮੇਵਾਰੀ ਮੈਂ ਛੱਡ ਰਿਹਾ, ਤਾਂ ਬਿਹਤਰ ਹੁੰਦਾ ਤੇ ਨਾ ਇਹਦੇ ਤੇ ਕੋਈ ਸਵਾਲ ਹੁੰਦਾ ਤੇ ਨਾ ਕੋਈ ਇਹਦੇ ਉੱਪਰ ਇਹ ਦੇਖਿਆ ਹਾਂ, ਕਿਉਂਕਿ ਜਾਂਦਾ ਅਜੇ ਵੀ ਸਸਪੈਂਸ ਬਰਕਰਾਰ ਹੈ। ਕਈ ਕਹਿ ਰਹੇ ਨੇ ਕਿ ਹਟਾਇਆ ਗਿਆ ਹੈ, ਐਸਜੀਪੀਸੀ ਕਹਿ ਰਹੀ ਹੈ, ਜਿਵੇਂ ਤੁਸੀਂ ਜ਼ਿਕਰ ਵੀ ਕੀਤਾ, ਧਾਮੀ ਹਰਜਿੰਦਰ ਸਿੰਘ ਧਾਮੀ ਹੋਣੀ ਕਹਿ ਰਹੇ ਨੇ, ਧਾਮੀ ਸਾਹਿਬ ਕਹਿ ਰਹੇ ਨੇ ਕਿ ਉਹਨਾਂ ਨੇ ਸਵੈ ਇੱਛਾ ਜਤਾਈ ਹੈ ਕਿ ਮੈਂ ਇਹ ਸੇਵਾ ਨਹੀਂ ਕਰ ਸਕਦਾ, ਤਾਂ ਉਹਨਾਂ ਨੇ ਅਸਤੀਫਾ ਦੇ ਦਿੱਤਾ। ਤੁਹਾਡੇ ਹਿਸਾਬ ਨਾਲ ਕੀ ਹੈ, ਇਹ ਅਸਤੀਫਾ ਹੈ, ਅਸਤੀਫਾ ਲਿੱਤਾ ਗਿਆ ਹੈ, ਸਵੈ ਇੱਛਾ ਹੈ, ਹਟਾਇਆ ਗਿਆ ਹੈ, ਤੁਹਾਨੂੰ ਕੀ ਜਾਪਦਾ ਹੈ? ਜੋ ਵੀ ਹੈ, ਜੇ ਜਥੇਦਾਰ ਜੀ ਆਪ ਕਹਿੰਦੇ ਤੇ ਉਸ ਗੱਲ ਦਾ ਜ਼ਿਆਦਾ ਵਜ਼ਨ ਹੋਣਾ ਸੀ। ਜਥੇਦਾਰ ਸਾਹਿਬ ਉਹਨਾਂ ਨੇ ਤਾਂ ਬਕਾਇਦਾ ਪੋਸਟ ਪਾ ਦਿੱਤੀ, ਉਹਨਾਂ ਨੇ ਤਾਂ ਸ਼ੁਕਰ ਕਰ ਦਿੱਤਾ, ਕਹਿੰਦੇ ਕਿ ਕੋਟ ਕੋਟ ਸ਼ੁਕਰ ਅਕਾਲ ਪੁਰਖ ਜੀ ਅਤੇ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦਾ, ਪਾਤਸ਼ਾਹ ਜੀ ਆਪਣੀ ਮਿਹਰ ਰੱਖਣਾ ਤੇ ਪਤ ਬਖਸ਼ਣਾ। ਉਹਨਾਂ ਨੇ ਤਾਂ ਸ਼ੁਕਰ ਕੀਤਾ ਹੈ। ਇਸ ਨੂੰ ਫਿਰ ਤੁਸੀਂ ਕਿਵੇਂ ਸਮਝਦੇ ਹੋ ਜੋ ਜਥੇਦਾਰ ਹਰਪ੍ਰੀਤ ਸਿੰਘ ਉਹਨਾਂ ਦਾ ਇਹ ਬਿਆਨ ਆਇਆ? ਇੱਕ ਸਿੱਖ ਦਾ ਫਰਜ਼ ਹੈ ਜੀ, ਹਮੇਸ਼ਾ ਉਹਨੇ ਪਰਮਾਤਮਾ ਦੇ ਰਜ਼ਾ ਦੇ ਵਿੱਚ ਸ਼ੁਕਰਗੁਜ਼ਾਰ ਹੀ ਰਹਿਣਾ ਜੀ। ਇਹ ਤਾਂ ਸਿੱਖ ਦਾ ਕੈਰੈਕਟਰ ਹੈ। ਪਰ ਤੁਹਾਨੂੰ ਇਹਦਾ ਜਾਪਦਾ ਹੈ ਕਿ ਇਸ ਤਰੀਕੇ ਦੇ ਨਾਲ ਜੋ ਇਹ ਪੂਰਾ ਪ੍ਰੋਸੈਸ ਰਿਹਾ ਇਹ ਨਹੀਂ ਹੋਣਾ ਚਾਹੀਦਾ ਸੀ? ਬਿਲਕੁਲ, ਮੈਂ ਉਹੀ ਗੱਲ ਕਰ ਰਹੀ ਹਾਂ ਕਿ ਇਹਨਾਂ ਅਹੁਦਿਆਂ ਦੇ ਉੱਪਰ ਟ੍ਰਾਂਸਪੇਰੈਂਸੀ ਚਾਹੀਦੀ ਹੈ। ਔਰ ਹਰ ਵਾਰ ਜਦੋਂ ਇਸ ਤਰ੍ਹਾਂ ਹੁੰਦਾ ਹੈ, ਇੱਕ ਵਿਵਾਦ ਹਰ ਵਾਰ ਛਿੜ ਪੈਂਦਾ ਹੈਗਾ, ਤੇ ਹੁਣ ਇਸ ਵੇਲੇ ਕੌਮ ਦੇ ਵਿਦਵਾਨਾਂ ਨੂੰ, ਕੌਮ ਦੇ ਲੀਡਰਾਂ ਨੂੰ ਇਕੱਠੇ ਹੋ ਕੇ ਵਿਚਾਰ ਕਰਨੀ ਚਾਹੀਦੀ ਹੈ ਕਿ ਜਿਹੜਾ ਅਜਿਹੇ ਮਸਲੇ ਹਨ ਇਹਨਾਂ ਦਾ ਹੱਲ ਕੀ ਹੈ ਔਰ ਇਸ ਤਰੀਕੇ ਦੇ ਨਾਲ ਇਹਨਾਂ ਨੂੰ ਕੀਤਾ ਜਾਏ। ਇਹ ਬੜਾ ਕਾਫੀ ਵਾਰ ਇਹ ਸਵਾਲ ਉੱਠੇ ਜੀ, ਪਰ ਅੱਜ ਤੱਕ ਸੀਰੀਅਸਲੀ ਸੰਜੀਦਗੀ ਦੇ ਨਾਲ ਇਹਦੇ ਤੇ ਵਿਚਾਰ ਨਹੀਂ ਹੋਇਆ ਜੀ, ਜੋ ਕਿ ਹੋਣਾ ਚਾਹੀਦਾ ਹੈ। ਠੀਕ ਹੈ ਕਿਰਨਜੋਤ ਕੌਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇ ਵਿੱਚ ਸਾਂਝ ਪਾਉਣ ਦੇ ਲਈ ਔਰ ਆਪਣਾ ਕੀਮਤੀ ਸਮਾਂ ਸਾਨੂੰ ਦੇਣ ਦੇ ਲਈ। ਮਿਹਰਬਾਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਕਿਰਨਜੋਤ ਕੌਰ ਹੋਣੀ ਗੱਲਬਾਤ ਕਰ ਰਹੇ ਸੀ, ਐਸਜੀਪੀਸੀ ਦੇ ਸੀਨੀਅਰ ਮੈਂਬਰ ਨੇ, ਔਰ ਕਿਤੇ ਨਾ ਕਿਤੇ ਉਹਨਾਂ ਦੇ ਵੱਲੋਂ ਵੀ ਇਹੀ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਜਿਸ ਤਰੀਕੇ ਦੇ ਨਾਲ ਅੱਜ ਇਹ ਪੂਰੀ ਘਟਨਾਕ੍ਰਮ ਵਾਪਰਦੀ ਹੈ, ਜਿਸ ਤਰੀਕੇ ਨਾਲ ਪੂਰਾ ਅੱਜ ਦਾ ਪ੍ਰੋਸੈਸ ਰਿਹਾ, ਤਾਂ ਪਹਿਲੀ ਗੱਲ ਤਾਂ ਉਹਨਾਂ ਨੇ ਇਹੀ ਕਹੀ ਹੈ ਕਿ ਐਮਰਜੈਂਸੀ ਮੀਟਿੰਗ ਬੁਲਾਉਣ ਦੀ ਕੀ ਲੋੜ ਸੀ, ਕਿਉਂ ਨਾ ਸਲਾਹ ਲਿੱਤੀ ਗਈ, ਕਿਉਂ ਨਾ ਜਥੇਬੰਦੀਆਂ ਨੂੰ ਬੁਲਾਇਆ ਗਿਆ, ਸੱਦਿਆ ਗਿਆ ਔਰ ਉਹਨਾਂ ਤੋਂ ਆ ਕੇ ਪੁੱਛਿਆ ਗਿਆ ਕਿ ਕੌਣ ਅਗਲਾ ਜਥੇਦਾਰ ਹੋਣਾ ਚਾਹੀਦਾ ਹੈ। ਤਾਂ ਕਹਿੰਦੇ ਕਿ ਇਹ ਸਮਾਂ ਸੀ ਅਕਾਲੀ ਦਲ ਦੇ ਕੋਲ ਉਹ ਪਰਸੈਪਸ਼ਨ ਤੋੜਨ ਦਾ, ਉਹ ਮਿਥ ਤੋੜਨ ਦਾ, ਜਿਹੜੀ ਕਿ ਉਹਨਾਂ ਦੇ ਉੱਤੇ ਲੱਗਦੀ ਹੋਈ ਨਜ਼ਰ ਆਉਂਦੀ ਸੀ ਕਿ ਡਿਕਟੇਟਰਸ਼ਿਪ ਹੈ, ਡਿਕਟੇਟਰਸ਼ਿਪ ਵਾਂਗੂ ਹੀ ਇਹ ਸੰਸਥਾਵਾਂ ਚੱਲ ਰਹੀਆਂ ਨੇ। ਤਾਂ ਕਹਿੰਦੇ ਉਹ ਮੌਕਾ ਸ਼ਾਇਦ ਉਹਨਾਂ ਨੇ ਗਵਾ ਲਿੱਤਾ ਹੈ ਔਰ ਜੋ ਲੋਕਾਂ ਦੀ ਉਹ ਪਰਸੈਪਸ਼ਨ ਸੀ ਉਹੀ ਕਿਤੇ ਨਾ ਕਿਤੇ ਹੁਣ ਉਹ ਦੁਬਾਰਾ ਬਣਦੀ ਹੋਈ ਨਜ਼ਰ ਆ ਰਹੀ ਹੈ।